गौरमेंट सैल्फ स्मार्ट स्कूल गुरम के यूट्यूब चैनल पर तुहाडा स्वागत है। अज का विषा आपां 9वीं जमात के लिए लवांगे, जिहदे विच इन्हां विद्यार्थियों ने पहली बार एकांगी पढ़ी होनी है। एकांगी तो वैसे तुसीं 8वीं के विच भी पढ़ी है, परंतु इस बार की है कि जिहड़ी ये एकांगी है, तुहानूं एकांगियां काफ़ी आउणगीआं अगले सिलेबस दे विच भी। एकांगी दे विच एक खास भाग हुंदा है पात्र चित्रण ਜਾਂ पात्र उसारी। ਆਪਾਂ ਤੁਹਾਨੂੰ ਅੱਜ ਸਿਖਾਵਾਂਗੇ कि पात्र उसारी किवें करनी ਹੁੰਦੀ है। सो आओ सीखते हैं। पहली अपने कोले हैगी है जिहड़ी एकांगी तुहाडी गऊ मुखा शेर मुखा, ਉਹਦੇ ਵਿੱਚੋਂ ਆਪਾਂ ਜਿਹੜਾ ਹੈਗਾ ਅੱਜ ਤੁਹਾਨੂੰ पात्र उसारी करनी सिखावांगे। आओ ਆਪਾਂ सीखते हैं पात्र उसारी। उम्मीद है कि विद्यार्थियों तुसीं अपनी एकांगी गऊ मुखा शेर मुखा पढ़ी होवेगी, ਤੇ ਜਦੋਂ ਤੁਸੀਂ ਇਸ ਦੇ ਅੰਤ ਦੇ ਵਿੱਚ ਵੇਖਦੇ ਹੋ ਤਾਂ ਉੱਥੇ 4 ਪਾਤਰ ਚਿਤਰਨ ਦੇ ਲਈ ਜਿਹੜੇ ਪਾਤਰ ਦਿੱਤੇ ਹੋਏ ਨੇ। ਪਹਿਲਾ ਤੁਹਾਡੇ ਕੋਲੇ ਸ਼ਰਨ ਸਿੰਘ ਹੈ ਜੋ ਦਲਾਲ ਹੈ, ਦੂਸਰਾ ਕਿਸ਼ਨਦੇਈ ਹੈ, ਤੀਸਰਾ ਸੁਦਰਸ਼ਨ ਹੈ, ਚੌਥਾ ਜੋ ਸਾਡੇ ਕੋਲੇ ਚੋਪੜਾ ਸਾਹਿਬ ਹੈ। ਤਾਂ ਹੁਣ ਤੁਹਾਡੇ ਮਨ ਦੇ ਵਿੱਚ ਹੋਣਾ ਕਿ ਇਹ ਪਾਤਰ ਚਿਤਰਨ ਹੁੰਦਾ ਕੀ ਆ, ਇਸੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਸਮਝਣ ਦੀ ਲੋੜ ਹੈ ਕਿ ਪਾਤਰ ਚਿਤਰਨ ਹੁੰਦਾ ਕੀ ਹੈ। ਜਦੋਂ ਤੁਸੀਂ ਕੋਈ ਕਹਾਣੀ ਪੜ੍ਹਦੇ ਹੋ, ਨਾਟਕ, ਨਾਵਲ, ਇਕਾਂਗੀ ਵਿੱਚ ਆਉਣ ਵਾਲੇ ਵਿਅਕਤੀਆਂ ਦੇ ਸੁਭਾਅ, ਗੁਣ, ਔਗਣ, ਵਿਸ਼ੇਸ਼ਤਾਵਾਂ, ਸੋਚ ਅਤੇ ਉਹਨਾਂ ਦੇ ਵਿਚਰਨ ਦੀ ਆਪਣੇ ਸ਼ਬਦਾਂ ਵਿੱਚ ਵਿਆਖਿਆ ਨੂੰ ਪਾਤਰ ਚਿਤਰਨ ਕਹਿੰਦੇ ਹਨ। ਹੁਣ ਮੈਂ ਆਮ ਭਾਸ਼ਾ ਵਿੱਚ ਗੱਲ ਦੱਸਣ ਲੱਗਾ। ਆਪਾਂ ਕੋਈ ਕਹਾਣੀ ਪੜ੍ਹ ਲਈ ਹੈ, ਕੋਈ ਵੀ ਨਾਟਕ ਪੜ੍ਹ ਲਿਆ, ਨਾਵਲ ਪੜ੍ਹ ਲਿਆ ਜਾਂ ਇਕਾਂਗੀ ਪੜ੍ਹ ਲਈ, ਤਾਂ ਸਾਨੂੰ ਉਹਦੇ ਵਿੱਚ ਕਈ ਤਰ੍ਹਾਂ ਦੇ ਵਿਅਕਤੀ ਨੇ ਜਿਹੜੇ ਦੇਖਣ ਨੂੰ ਮਿਲਦੇ ਨੇਗੇ, ਜਿਹੜੇ ਕਿ ਉਸ ਕਹਾਣੀ ਦੇ ਪਾਤਰ ਹੁੰਦੇ ਨੇ, ਕਿਰਦਾਰ ਹੁੰਦੇ ਨੇਗੇ। ਤੁਸੀਂ ਜਦੋਂ ਪੜ੍ਹਦੇ ਹੋ ਤਾਂ ਤੁਸੀਂ ਆਪਣੇ ਮਨ ਦੇ ਵਿੱਚ ਬਣਾ ਲੈਂਦੇ ਹੋ ਕਿ ਇਹ ਬੰਦਾ ਕਿਹੋ ਜਿਹਾ, ਇਸ ਬੰਦੇ ਦੇ ਕਿਹੋ ਜਿਹਾ ਸੁਭਾਅ, ਸਾਰੀਆਂ ਗੱਲਾਂ ਅਸੀਂ ਸਮਝਦੇ ਹੁੰਦੇ ਹਾਂ, ਉਹਨੂੰ ਚੰਗਾ ਮਾੜਾ ਪਰਖਦੇ ਹਾਂ, ਉਹਦੇ ਗੁਣ ਔਗਣ ਸਭ ਕੁਝ ਦੇਖਦੇ ਹਾਂ। ਪਰ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਹੀ, ਉਸ ਦੇ ਗੁਣ ਨੂੰ, ਔਗਣ ਨੂੰ, ਸੁਭਾਅ ਨੂੰ, ਵਿਸ਼ੇਸ਼ਤਾਵਾਂ ਨੂੰ, ਜਿਵੇਂ ਉੱਪਰ ਲਿਖਿਆ ਹੋਇਆ ਸੋਚ ਨੂੰ, ਇਹਨੂੰ ਆਪਾਂ ਕਾਪੀ ਦੇ ਉੱਪਰ ਲਿਖਤੀ ਰੂਪ ਵਿੱਚ ਸ਼ਬਦਾਂ ਦੇ ਰਾਹੀਂ ਉਹਦੀ ਸ਼ਕਲ ਘੜਨ ਦੀ ਕੋਸ਼ਿਸ਼ ਕਰਦੇ ਹਾਂ, ਇਹ ਸਭ ਕੁਝ ਲਿਖਦੇ ਹੋਏ ਉਸ ਬੰਦੇ ਬਾਰੇ, ਤਾਂ ਇਸੇ ਚੀਜ਼ ਨੂੰ ਪਾਤਰ ਚਿਤਰਨ ਕਹਿੰਦੇ ਨੇਗੇ। ਹੁਣ ਜਦੋਂ ਅਸੀਂ ਕੁਝ ਲਿਖਿਆ ਕਿਸੇ ਵਿਅਕਤੀ ਬਾਰੇ, ਤੁਸੀਂ ਕੋਈ ਕਹਾਣੀ ਪੜ੍ਹ ਲਈ, ਉਹ ਤੁਸੀਂ ਉਸ ਵਿਅਕਤੀ ਦਾ ਪਾਤਰ ਚਿਤਰਨ ਕਰਤਾ, ਲਿਖ ਦਿੱਤਾ ਉਸ ਵਿਅਕਤੀ ਬਾਰੇ, ਤਾਂ ਜਦੋਂ ਕੋਈ ਹੋਰ ਵਿਅਕਤੀ ਜਿਸ ਨੇ ਉਹ ਕਹਾਣੀ ਜਾਂ ਉਹ ਇਕਾਂਗੀ ਨਹੀਂ ਪੜ੍ਹੀ ਤੁਹਾਡਾ ਲਿਖਿਆ ਹੋਇਆ ਪਾਤਰ ਚਿਤਰਨ ਦੇਖੂ, ਤਾਂ ਉਹ ਆਪਣੇ ਮਨ ਦੇ ਵਿੱਚ ਇੱਕ ਤਸਵੀਰ ਹੈ ਜਿਹੜੀ ਉਹ ਘੜ ਦੂ। ਸੋ ਇਹੀ ਪਾਤਰ ਚਿਤਰਨ ਹੈ, ਇਹੀ ਖਾਸੀਅਤ ਹੈ ਪਾਤਰ ਚਿਤਰਨ ਦੀ। ਤੇ ਹੁਣ ਅਸੀਂ ਜਾਣਾਂਗੇ ਕਿ ਪਾਤਰ ਚਿਤਰਨ ਕਿਵੇਂ ਕਰਨਾ। ਇਹ ਵੀ ਸਾਨੂੰ ਇੱਕ ਇਹਦਾ ਵੀ ਜਿਹੜਾ ਹੈਗਾ ਤਰੀਕਾ ਹੁੰਦਾ ਗਾ, ਇਹ ਆਪਾਂ ਜਾਣਾਂਗੇ ਕਿ ਕਰਨਾ ਕਿਵੇਂ ਹੈਗਾ। ਪਹਿਲਾਂ ਇਹ ਦੇਖਣਾ ਕਿ ਜਿਹੜਾ ਪਾਤਰ ਹੈ ਉਹ ਕਿਸ ਪ੍ਰਕਾਰ ਦਾ ਪਾਤਰ ਹੈ। ਇਕਾਂਗੀ ਦੇ ਵਿੱਚ, ਕਹਾਣੀ ਦੇ ਵਿੱਚ ਮੁੱਖ ਹੈ ਜਾਂ ਗੌਣ ਹੈ। ਮੁੱਖ ਤੋਂ ਭਾਵ ਜਿਹਨੂੰ ਆਪਾਂ ਮੇਨ ਕਹਿ ਦਿੰਦੇ ਹਾਂ, ਥਾਂ ਥਾਂ ਤੇ ਹਰ ਜਗ੍ਹਾ ਤੇ ਮੌਜੂਦ ਹੈ, ਕਹਾਣੀ ਜਿਹਦੇ ਆਲੇ ਦੁਆਲੇ ਘੁੰਮਦੀ ਹੈ, ਜਾਂ ਕਹਾਣੀ ਦੇ ਵਿੱਚ ਜਿਹਦਾ ਬਹੁਤ ਮਹੱਤਵਪੂਰਨ ਰੋਲ ਹੈ, ਉਸ ਨੂੰ ਅਸੀਂ ਮੁੱਖ ਪਾਤਰ ਕਹਿ ਦਿੰਦੇ ਹਾਂ। ਗੌਣ ਪਾਤਰ ਉਹ ਹੁੰਦਾ ਜਿਹੜਾ ਕਦੇ ਕਦਾਈ ਦਿਖਦਾ ਗਾ, ਨਾਵਲ 'ਚ, ਕਹਾਣੀ 'ਚ ਬਹੁਤ ਘੱਟ ਦਿਖਾਈ ਦਿੰਦਾ ਗਾ। ਜਿਵੇਂ ਕਿ ਸਾਡੇ ਕੋਲੇ ਇਸ ਇਕਾਂਗੀ ਦੇ ਵਿੱਚ ਮੁੱਖ ਪਾਤਰ ਕੌਣ ਹੋ ਸਕਦਾ ਹੈ? ਸ਼ਰਨ ਸਿੰਘ ਹੋ ਸਕਦਾ ਹੈ, ਕਿਸ਼ਨਦੇਈ ਹੋ ਸਕਦੀ ਹੈ। ਤੇ ਗੌਣ ਪਾਤਰ ਕੌਣ ਹੋ ਸਕਦਾ ਗਾ? ਜਿਵੇਂ ਸਾਡੇ ਕੋਲੇ ਸੁਦਰਸ਼ਨ ਹੈ, ਉਹ ਗੌਣ ਪਾਤਰ ਹੋ ਸਕਦਾ ਗਾ। ਅਗਲੀ ਗੱਲ ਆ ਜਾਂਦੀ ਹੈ ਕਿ ਆਪਾਂ ਉਹਦੇ ਸੁਭਾਅ ਬਾਰੇ ਲਿਖਣਾ, ਵੀ ਗੁੱਸੇ ਵਾਲਾ ਗਾ, ਪਿਆਰ ਭਰਿਆ ਗਾ, ਹਮਦਰਦੀ ਵਾਲਾ, ਫਿਕਰ ਕਰਨ ਵਾਲਾ ਹੈ, ਗੰਭੀਰ ਹੈ, ਉਹਦੇ ਸੁਭਾਅ ਬਾਰੇ ਲਿਖਣਾ ਗਾ। ਇਹ ਵੀ ਗੱਲ ਸਾਡੇ ਪਾਤਰ ਚਿਤਰਨ ਦੇ ਵਿੱਚ ਆ ਜਾਣੀ ਹੈ। ਅਗਲੀ ਗੱਲ ਇਹ ਹੈ ਕਿ ਹਾਲਾਤ ਕਿਹੋ ਜਿਹੇ ਨੇ, ਉਹਦੇ ਸਮਾਜਿਕ ਹਾਲਾਤ ਕਿਹੋ ਜਿਹੇ ਨੇ, ਆਰਥਿਕ ਹਾਲਾਤ ਕਿਹੋ ਜਿਹੇ ਨੇ, ਉਹ ਵੀ ਆਪਾਂ ਲਿਖ ਸਕਦੇ ਹਾਂ। ਵੀ ਉਹ ਅਮੀਰ ਹੈ, ਗਰੀਬ ਹੈ, ਆਰਥਿਕ ਤੌਰ 'ਤੇ ਮਾੜਾ ਹੈ ਜਾਂ ਚੰਗਾ ਹੈ, ਸਮਾਜਿਕ ਤੌਰ 'ਤੇ ਉਹ ਕਿਸ ਤਰ੍ਹਾਂ ਵਿਚਰਦਾ ਗਾ, ਇਹ ਚੀਜ਼ਾਂ ਆ ਜਾਂਦੀਆਂ ਨੇਗੀਆਂ। ਨੈਤਿਕ ਪੱਧਰ ਕਿਹੋ ਜਿਹਾ ਹੈ, ਉਹਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਕਿਹੋ ਜਿਹੀਆਂ ਨੇਗੀਆਂ, ਉਹ ਕਿਸ ਤਰ੍ਹਾਂ ਦਾ ਝੂਠ ਬੋਲਣ ਵਾਲਾ ਹੈ, ਸੱਚ ਬੋਲਣ ਵਾਲਾ ਹੈ, ਉਹ ਬੇਈਮਾਨ ਹੈ, ਇਮਾਨਦਾਰ ਹੈ, ਇਹ ਉਸ ਦੀਆਂ ਨੈਤਿਕ ਕਦਰਾਂ ਕੀਮਤਾਂ ਨੇ। ਕੀ ਉਹਦੇ ਵਿੱਚ ਕਿਸ ਤਰ੍ਹਾਂ ਦੇ ਗੁਣ ਨੇ, ਇਹ ਵੀ ਅਸੀਂ ਉਹਦੇ ਵਿੱਚ ਨੋਟ ਕਰਨੇ ਆ, ਦੇਖਣੇ ਨੇ, ਤੇ ਫਿਰ ਉਹਨਾਂ ਨੂੰ ਲਿਖਣਾ ਗਾ। ਫਿਰ ਅਗਲਾ ਹੈ ਕਿ ਸਮੇਂ-ਸਮੇਂ ਉੱਤੇ ਉਹ ਆਪਦੀ ਉਸ ਕਹਾਣੀ ਦੇ ਵਿੱਚ ਕਿਵੇਂ ਵਿਚਰਦਾ ਗਾ, ਮਤਲਬ ਹਰ ਇੱਕ ਪਾਤਰ ਨਾਲ ਉਹਦਾ, ਦੂਜੇ ਪਾਤਰਾਂ ਨਾਲ ਉਹਦਾ ਕੀ ਸੰਬੰਧ ਹੈ,
ਉਹ ਕਿਸ ਤਰ੍ਹਾਂ ਦਾ ਉਹਨਾਂ ਨਾਲ ਜਿਹੜਾ ਹੈਗਾ ਵਤੀਰਾ ਕਰਦਾਗਾ। ਇਹ ਸਾਰੀਆਂ ਗੱਲਾਂ ਆਪਾਂ ਆਪਣੇ ਜਦੋਂ ਪਾਤਰ ਚਿਤਰਨ ਕਰਨਾ ਤਾਂ ਉਹਦੇ ਵਿੱਚ ਲਿਖਣੀਆਂ ਹੁੰਦੀਆਂ ਨੇ। ਇੱਥੇ ਇੱਕ ਚੀਜ਼ ਮੈਂ ਤੁਹਾਨੂੰ ਧਿਆਨ ਨਾਲ ਸੁਣ ਲਿਓ, ਜਿਹੜੀ ਕਿ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ ਜਿਹੜਾ ਪਾਤਰ ਚਿਤਰਨ ਹੁੰਦਾਗਾ, ਜਦੋਂ ਅਸੀਂ ਪਾਤਰ ਚਿਤਰਨ ਕਰਨਾਗਾ ਤਾਂ ਉਸ ਵਿਅਕਤੀ ਦੇ ਗੁਣ ਔਗਣ ਦੇ ਬਾਰੇ ਦੱਸਦੇ ਹੋਏ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਹਰ ਇੱਕ ਕਿਸੇ ਦੇ ਨਾਲ, ਦੂਸਰੇ ਪਾਤਰਾਂ ਦੇ ਨਾਲ ਜ਼ਰੂਰੀ ਨਹੀਂ ਕਿ ਉਹ ਉਸੇ ਤਰ੍ਹਾਂ ਦਾ ਹੋਵੇ। ਤੇ ਜਦੋਂ ਵੀ ਅਸੀਂ ਉਹਦਾ ਗੁਣ ਔਗਣ, ਸੁਭਾਅ, ਹਾਲਾਤ, ਨੈਤਿਕ ਪੱਧਰ ਦੱਸਣ ਲੱਗੇ ਆ ਤਾਂ ਉਹ ਲਿਖਣ ਤੋਂ ਬਾਅਦ ਅਸੀਂ ਉਹਨੂੰ ਪੂਰੀ ਤਰ੍ਹਾਂ ਵਿਸਥਾਰ ਨਾਲ ਦੱਸਣਾਗਾ। ਹੁਣ ਮੈਂ ਤੁਹਾਨੂੰ ਤੁਹਾਡੀ ਕਿਤਾਬ ਦੇ ਵਿੱਚੋਂ ਹੀ, ਇਸੇ ਇਕਾਂਗੀ ਦੇ ਵਿੱਚੋਂ ਹੀ ਸ਼ਰਨ ਸਿੰਘ ਦਾ ਪਾਤਰ ਚਿਤਰਨ ਆ ਜਿਹੜਾ ਉਹ ਕਰਾਉਣ ਲੱਗਿਆ, ਤੇ ਤੁਸੀਂ ਦੇਖਿਓ ਕਿ ਇਹ ਹੋਰ ਤੁਸੀਂ ਪਾਤਰ ਚਿਤਰਨ ਕਿਵੇਂ ਕਰ ਸਕਦੇ ਹੋ। ਸ਼ਰਨ ਸਿੰਘ ਇਸ ਇਕਾਂਗੀ ਦਾ ਇੱਕ ਮਹੱਤਵਪੂਰਨ ਪਾਤਰ ਹੈ। ਪਹਿਲਾਂ ਅਸੀਂ ਸਾਦੀ ਜੀ ਦੇਖਦੇ ਹਾਂ ਕਿ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਹੈਗੀਆਂ ਨੇ, ਕੀ ਆਪਾਂ ਲਿਖ ਸਕਦੇ ਹਾਂ ਉਸ ਬਾਰੇ। 6 ਗੱਲਾਂ ਨੇ ਸਾਡੇ ਕੋਲੇ, 5 ਮੇਨ, ਇੱਕ ਅਸੀਂ ਐਂਡ ਤੇ ਅਖੀਰ ਦੇ ਵਿੱਚ ਸਾਰ ਅੰਸ਼ ਲਿਖਦੇ ਹੁੰਦੇ ਆ। ਹਰ ਇੱਕ ਦਾ ਲਿਖਣਾ ਹੋਊਗਾ ਆਪਾਂ, ਉਹ ਬਾਅਦ ਵਿੱਚ ਦੱਸੂ ਕਿਵੇਂ ਲਿਖਣਾ। ਜਿਵੇਂ ਸ਼ਰਨ ਸਿੰਘ ਕੀ ਇੱਕ ਮੁੱਖ ਪਾਤਰ ਹੈ, ਝੂਠਾ ਅਤੇ ਫਰੇਬੀ ਹੈ, ਦਲੀਲਬਾਜ਼ ਅਤੇ ਗੱਲਾਂ ਦਾ ਜਾਦੂਗਰ ਹੈ, ਫੋਕੀ ਅਪਣੱਤ ਦਾ ਪੁਤਲਾਗਾ, ਚਲਾਕ ਅਤੇ ਪਖੰਡੀ ਹੈ। ਸਾਰਾਂਸ਼ ਇਹ ਤੁਹਾਨੂੰ ਬਾਅਦ ਵਿੱਚ ਦੱਸੂਗਾ, ਪਰੰਤੂ ਇਹ ਇੰਨਾ ਹੀ ਕਾਫੀ ਨਹੀਂ ਕਿ ਤੁਸੀਂ ਜੇ ਕਿਸੇ ਵਿਅਕਤੀ ਬਾਰੇ ਜਾਂ ਕਿਸੇ ਪਾਤਰ ਬਾਰੇ ਇੰਨਾ ਕੁ ਲਿਖਤਾ, ਇਹ ਕਾਫੀ ਨਹੀਂ। ਹੁਣ ਤੁਹਾਨੂੰ ਦੱਸਣਾ ਪਊ ਵੀ ਮੁੱਖ ਪਾਤਰ ਹੈ, ਕਿਵੇਂ ਮੁੱਖ ਪਾਤਰ ਹੈ। ਜੇ ਝੂਠਾ ਤੇ ਫਰੇਬੀ ਆ, ਉਹ ਕਿਵੇਂ ਤੁਸੀਂ ਕਹਿ ਸਕਦੇ ਹੋ ਝੂਠਾ ਤੇ ਫਰੇਬੀ ਆ। ਤੁਹਾਨੂੰ ਦਲੀਲ ਦੇਣੀ ਪੈਣੀ ਆ, ਤੁਹਾਨੂੰ ਆਪਣੀ ਪੁਸਤਕ ਦੇ ਵਿੱਚੋਂ ਉਹ ਲਾਈਨਾਂ ਚੁਣ ਕੇ ਰੱਖਣੀਆਂ ਪੈਣਗੀਆਂ, ਲਿਖਣੀਆਂ ਪੈਣਗੀਆਂ ਕਿ ਉਸਨੇ ਫਲਾਣੀ ਜਗ੍ਹਾ ਤੇ ਇਸ ਤਰ੍ਹਾਂ ਦਾ ਕੰਮ ਕੀਤਾ ਸੀ, ਜਿਸ ਦੇ ਆਧਾਰ ਤੇ ਤੁਸੀਂ ਕਹਿ ਸਕੋ। ਆਓ ਆਪਾਂ ਉਸੇ ਬਾਰੇ ਤੁਹਾਨੂੰ ਵਿਸਥਾਰ ਦੇ ਵਿੱਚ ਜਿਹੜਾ ਹੈਗਾ ਦੱਸਾਂਗੇ। ਅਸੀਂ ਪਹਿਲੀ ਗੱਲ ਕਹੀ ਸੀ ਕਿ ਮੁੱਖ ਪਾਤਰ ਹੈ, ਕਿਵੇਂ ਆ। ਸ਼ਰਨ ਸਿੰਘ ਗਊਮੁਖਾ ਸ਼ੇਰਮੁਖਾ ਇਕਾਂਗੀ ਦਾ ਇੱਕ ਮੁੱਖ ਪਾਤਰ ਹੈ। ਇਕਾਂਗੀ ਵਿੱਚ ਉਹ ਇੱਕ ਦਲਾਲ ਦੇ ਰੂਪ ਵਿੱਚ ਪਾਠਕਾਂ ਸਾਹਮਣੇ ਪੇਸ਼ ਹੋਇਆ ਹੈ। ਇਕਾਂਗੀ ਦਾ ਬਹੁਤ ਸਾਰਾ ਹਿੱਸਾ ਸ਼ਰਨ ਸਿੰਘ ਦੀਆਂ ਗਤੀਵਿਧੀਆਂ ਦੇ ਦੁਆਲੇ ਹੀ ਘੁੰਮਦਾ, ਇਸ ਕਰਕੇ ਕਹਿ ਸਕਦੇ ਹਾਂ ਕਿ ਉਹ ਇੱਕ ਮੁੱਖ ਪਾਤਰ ਹੈ। ਦੂਸਰੀ ਗੱਲ ਆਪਾਂ ਲਿਖੀ ਸੀ ਕਿ ਝੂਠਾ ਅਤੇ ਫਰੇਬੀ ਹੈ। ਹੁਣ ਇਹ ਵੀ ਆਪਾਂ ਨੂੰ ਦੱਸਣਾ ਪਊ ਵੀ ਕਿਉਂ ਆ। ਇਹ ਸਾਰੀਆਂ ਗੱਲਾਂ ਲਿਖਣੀਆਂ ਪੈਣਗੀਆਂ ਤੁਹਾਨੂੰ। ਜਦੋਂ ਕਿਸੇ ਬਾਰੇ ਤੁਸੀਂ ਕੋਈ 2 ਸ਼ਬਦ ਲਿਖਤੇ, ਹੈਡਿੰਗ ਲਿਖਤੀ ਜਿਹਨੂੰ ਕਹਿੰਦੇ ਆਪਾਂ, ਤਾਂ ਸਿਰਲੇਖ ਬਣਾਤਾ, ਤਾਂ ਉਹਦਾ ਤੁਹਾਨੂੰ ਦੱਸਣਾ ਪਊਗਾ। ਹੁਣ ਝੂਠਾ ਤੇ ਫਰੇਬੀ ਕਿਵੇਂ ਆ। ਸ਼ਰਨ ਸਿੰਘ ਝੂਠ ਅਤੇ ਫਰੇਬ ਦੀ ਮਦਦ ਨਾਲ ਕਿਸ਼ਨਦੇਈ ਦਾ ਘਰ ਵੇਚਣ ਦਾ ਯਤਨ ਕਰਦਾ ਹੈ ਅਤੇ ਇਸ ਵਿੱਚ ਉਹ ਸਫਲ ਵੀ ਹੋ ਜਾਂਦਾ ਹੈ। ਉਸ ਦਾ ਝੂਠ ਪਹਿਲੀ ਵਾਰ ਸਾਡੇ ਸਾਹਮਣੇ ਉਸ ਵੇਲੇ ਆਉਂਦਾ ਹੈ ਜਦ ਉਹ ਕਿਸ਼ਨਦੇਈ ਨੂੰ ਉਸਦੇ ਮਰ ਚੁੱਕੇ ਪਤੀ ਨਾਲ ਦੋਸਤੀ ਬਾਰੇ ਕਹਿੰਦਾ ਹੈ। ਉਹ ਗੱਲ-ਗੱਲ ਦੇ ਵਿੱਚ ਝੂਠ ਬੋਲਣ ਦਾ ਮਾਹਿਰ ਹੈ। ਸੋ ਇਹ ਗੱਲਾਂ ਨੇ ਜਿਹੜੀਆਂ ਤੁਸੀਂ ਨੋਟ ਕਰ ਲੈਣੀਆਂ ਨੇ ਵੀ ਕਿੱਥੇ-ਕਿੱਥੇ ਉਹਨੇ ਕੀ ਬੋਲਿਆ ਸੀ। ਸਾਨੂੰ ਪਹਿਲੀ ਵਾਰੀ ਪਤਾ ਲੱਗਦਾ ਕਿ ਉਹ ਕਿੱਥੇ ਝੂਠ ਬੋਲਿਆ ਸੀ। ਉਹ ਫਾਲਤੂ 'ਚ ਹੀ ਕਹਿ ਰਿਹਾ ਹੁੰਦਾ ਕਿ ਮੈਂ ਤਾਂ ਤੁਹਾਡੇ ਪਤੀ ਨੂੰ, ਜਾਣੀ ਕਿ ਕਿਸ਼ਨਦੇਈ ਨੂੰ ਕਹਿ ਰਿਹਾ ਹੁੰਦਾ ਕਿ ਮੈਂ ਤੁਹਾਡੇ ਪਤੀ ਨੂੰ ਤਾਂ ਜਾਣਦਾ ਸੀ, ਉਹ ਤਾਂ ਮੇਰੇ ਖਾਸ ਮਿੱਤਰ ਸੀ, ਜਦ ਕਿ ਉਹ ਜਾਣਦਾ ਉਹਦਾ ਨਾਮ ਵੀ ਨਹੀਂ। ਅੱਗੇ ਦਲੀਲਬਾਜ਼ ਅਤੇ ਗੱਲਾਂ ਦਾ ਜਾਦੂਗਰ ਕਿਵੇਂ ਹੈ, ਇਹ ਵੀ ਦੱਸਣਾ ਪਊਗਾ। ਸ਼ਰਨ ਸਿੰਘ ਆਪਣੀ ਦਲੀਲਬਾਜ਼ੀ ਨਾਲ ਕਿਸ਼ਨਦੇਈ ਨੂੰ ਘਰ ਵੇਚਣ ਤੇ ਚੋਪੜਾ ਸਾਹਿਬ ਨੂੰ ਉਹਨਾਂ ਦੀ ਮਰਜ਼ੀ ਦੇ ਉਲਟ ਘਰ ਖਰੀਦਣ ਲਈ ਰਜ਼ਾਮੰਦ ਕਰ ਲੈਂਦਾ ਹੈ। ਦੇਖੋ, ਪਹਿਲਾਂ ਤਾਂ ਕਿਸ਼ਨਦੇਈ ਰਜ਼ਾਮੰਦ ਨਹੀਂ ਹੁੰਦੀ ਵੀ ਮੈਂ ਇੰਨੇ ਸਸਤੇ ਪੈਸਿਆਂ ਦੇਣਾ ਨਹੀਂ ਘਰ, ਤੇ ਚੋਪੜਾ ਸਾਹਿਬ ਇਸ ਗੱਲ ਲਈ ਰਜ਼ਾਮੰਦ ਨਹੀਂ ਹੁੰਦੇ ਕਿ ਮੈਂ ਇੰਨਾ ਮਹਿੰਗਾ ਘਰ ਲੈਣਾ ਨਹੀਂ, ਪਰ ਉਹ ਦੋਨਾਂ ਨੂੰ ਮਨਾ ਲੈਂਦਾ। ਇਸ ਦਾ ਮਤਲਬ ਕੀ ਆ, ਉਹ ਦਲੀਲਬਾਜ਼ ਆ, ਆਪਦੀਆਂ ਦਲੀਲਾਂ ਦਿੰਦਾ। ਕਿਸ਼ਨਦੇਈ ਜੋ ਕਿ ਸ਼ੁਰੂ ਵਿੱਚ ਸ਼ਰਨ ਸਿੰਘ ਨੂੰ ਘਰ ਵਾੜ ਕੇ ਵੀ ਰਾਜੀ ਨਹੀਂ ਸੀ, ਸ਼ਰਨ ਸਿੰਘ ਦੀਆਂ ਜਾਦੂਮਈ ਗੱਲਾਂ ਵਿੱਚ ਆ ਜਾਂਦੀ ਹੈ ਅਤੇ ਘਰ ਦੇ ਭੇਦ ਦੇਣ ਲੱਗ ਜਾਂਦੀ ਹੈ, ਦੱਸਣ ਲੱਗ ਜਾਂਦੀ ਆ ਵੀ ਇਹਨੂੰ ਮੈਂ ਘਰ ਐਂ ਬਣਾਇਆ, ਮੇਰਾ ਬੱਚਾ ਐਂ ਆ, ਇਹਨੂੰ ਮੈਂ ਇਦਾਂ ਕਰਨਾ। ਉਹ ਸਾਰੀਆਂ ਗੱਲਾਂ ਦੱਸਣੀਆਂ ਸ਼ੁਰੂ ਕਰ ਦਿੰਦੀ ਆ ਕਿ ਗੱਲਾਂ ਦਾ ਜਾਦੂਗਰ ਬੰਦਾ ਸੀ ਉਹ। ਅਗਲੀ ਗੱਲ ਆ ਗਈ ਕਿ ਫੋਕੀ ਅਪਣੱਤ ਦਾ ਪੁਤਲਾ ਹੈਗਾ। ਫੋਕੀ ਅਪਣੱਤ ਕਿਉਂ ਹੁੰਦੀ ਆ ਵੀ ਉਹ ਐਵੇਂ ਦੱਸਦਾ ਵੀ ਮੈਨੂੰ ਬਹੁਤ ਫਿਕਰ ਆ। ਫੋਕੀ ਅਪਣੱਤ ਕਿਸੇ ਨੂੰ ਐ ਜ਼ਾਹਿਰ ਕਰਨਾ ਕਿ ਮੈਨੂੰ ਬਹੁਤ ਫਿਕਰ ਹੈ ਜੀ। ਉਹ ਕਿੱਥੇ ਸਿੱਧ ਹੁੰਦੀ ਆ ਉਹਦੀ ਫੋਕੀ ਅਪਣੱਤ। ਸ਼ਰਨ ਸਿੰਘ ਕਿਸ਼ਨਦੇਈ ਨੂੰ ਫੋਕੀ ਅਪਣੱਤ ਨਾਲ ਹੀ ਦੱਸਣ ਦਾ ਯਤਨ ਕਰਦਾ ਹੈ ਕਿ ਉਹ ਕਿਸ਼ਨਦੇਈ ਦੇ ਪੁੱਤਰ ਸੁਦਰਸ਼ਨ ਦੇ ਭਵਿੱਖ ਦੀ ਚਿੰਤਾ ਕਾਰਨ ਹੀ ਘਰ ਵੇਚਣ ਦੀ ਸਲਾਹ ਦੇ ਰਿਹਾ ਹੈ, ਜਦੋਂ ਕਿ ਉਸ ਨੂੰ ਸਿਰਫ ਆਪਣੀ ਦਲਾਲੀ ਤੱਕ ਹੀ ਮਤਲਬ ਹੈ। ਉਹ ਕਹਿੰਦਾ ਹੈ, ਮਨਾਉਂਦਾ ਉਹਨੂੰ ਕਿ ਦੇਖੋ ਤੁਹਾਡਾ ਬੇਟਾ ਗਾ, ਕੱਲ ਨੂੰ ਇਹਨੇ ਕੰਮ ਵੀ ਕਰਨਾ, ਮੈਨੂੰ ਇਹਦਾ ਬਹੁਤ ਫਿਕਰ ਹੈ ਵੀ ਇਹ ਕੀ ਬਣੂਗਾ, ਮੇਰੇ ਦੋਸਤ ਦਾ ਬੇਟਾ ਗਾ, ਇਸ ਲਈ ਮੈਂ ਬਹੁਤ ਫਿਕਰ ਦਿਖਾ ਰਿਹਾ ਗਾ। ਪਰੰਤੂ ਉਹਨੂੰ ਇਹਨਾਂ ਚੀਜ਼ਾਂ ਦਾ ਫਿਕਰ ਨਹੀਂ ਹੁੰਦਾ ਕਿ ਉਹਦਾ ਬੇਟਾ, ਕਿਸ਼ਨਦੇਈ ਦਾ ਬੇਟਾ ਕੀ ਕਰੂਗਾ, ਉਹਦਾ ਭਵਿੱਖ ਕਿਹੋ ਜਿਹਾ ਹੋਊ। ਉਹਨੂੰ ਫਿਕਰ ਤੇ ਸਿਰਫ ਆਪਣੀ ਦਲਾਲੀ ਦਾ ਗਾ। ਅੱਗੇ ਗੱਲ ਕੀਤੀ ਸੀ ਕਿ ਚਲਾਕ ਅਤੇ ਪਖੰਡੀ ਆ ਉਹ।
ਕਿਵੇਂ ਆ ਉਹ ਇਹ ਵੀ ਦੱਸਣਾ ਪਊ ਆਪਾਂ ਨੂੰ। ਸ਼ਰਨ ਸਿੰਘ ਇੱਕ ਬੜਾ ਚਲਾਕ ਵਿਅਕਤੀ ਹੈ। ਉਹ ਜਿਸ ਘਰ ਨੂੰ ਸ਼ੇਰਮੁਖਾ ਹੋਣ ਕਾਰਨ ਕਿਸ਼ਨਦੇਈ ਨੂੰ ਇਹ ਘਰ ਵੇਚਣ ਦੀ ਸਲਾਹ ਦਿੰਦਾ ਹੈ, ਉਸੇ ਘਰ ਬਾਰੇ ਉਹ ਚੋਪੜਾ ਸਾਹਿਬ ਨੂੰ ਗਊਮੁਖਾ ਦੱਸਦਿਆਂ ਖਰੀਦਣ ਲਈ ਪ੍ਰੇਰਦਾ ਹੈ। ਉਹ ਘਰ ਨੂੰ ਵਿਕਾਉਣ ਲਈ ਘਰ ਦੇ ਗਊਮੁਖਾ ਸ਼ੇਰਮੁਖਾ ਹੋਣ ਦਾ ਪਖੰਡ ਕਰਦਾ ਹੈ। ਦੇਖੋ ਕਿੰਨਾ ਚਲਾਕ ਵਿਅਕਤੀ ਆ। ਜਦੋਂ ਕਿਸ਼ਨਦੇਈ ਨੂੰ ਕਹਿੰਦਾ ਕੀ ਕਹਿੰਦਾ ਕਿ ਇਹ ਘਰ ਤਾਂ ਸ਼ੇਰਮੁਖਾ ਮਾੜਾ ਗਾ, ਪਰ ਜਦੋਂ ਚੋਪੜਾ ਸਾਹਿਬ ਨੂੰ ਵੇਚਣ ਦੀ ਗੱਲ ਕਰਦਾ ਕਹਿੰਦਾ ਇਹ ਤਾਂ ਗਊਮੁਖਾ ਗਾ, ਇਹਨੂੰ ਤੁਸੀਂ ਖਰੀਦ ਲਓ। ਮਤਲਬ ਇਸ ਤਰ੍ਹਾਂ ਦਾ ਚਲਾਕ ਬੰਦਾ ਗਾ। ਪਖੰਡੀ ਕਿਵੇਂ ਆ ਉਹ ਪਖੰਡ ਕਰਦਾ ਵੀ ਇਹ ਮਾੜਾ ਹੁੰਦਾ ਗਾ ਚੰਗਾ ਹੁੰਦਾ, ਇਹ ਪਖੰਡ ਕਰਦਾ, ਪਰ ਉਹ ਇਹਨਾਂ ਗੱਲਾਂ 'ਚ ਆਪ ਵਿਸ਼ਵਾਸ ਨਹੀਂ ਕਰਦਾ ਹੈਗਾ, ਉਹਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਨਾਲ। ਅਖੀਰ ਤੇ ਅਸੀਂ ਲਿਖਣਾ ਸਾਰਾਂਸ਼। ਇਹ ਕੀ ਹੁੰਦਾ ਗਾ, ਇਹਦੇ ਵਿੱਚ ਅਸੀਂ ਨਿਚੋੜ ਕੱਢ ਕੇ ਲਿਖਣਾ ਹੁੰਦਾ ਵੀ ਅਸੀਂ ਜੋ ਪੜ੍ਹਿਆ ਉਹਦੇ ਅਨੁਸਾਰ ਅਸੀਂ ਕੀ ਧਾਰਨਾ ਬਣਾਈ ਆ ਉਸ ਬੰਦੇ ਬਾਰੇ ਜਿਹਦਾ ਅਸੀਂ ਪਾਤਰ ਚਿਤਰਨ ਕਰ ਰਹੇ ਹਾਂ। ਜਿਵੇਂ ਹੁਣ ਇੱਥੇ ਅਸੀਂ ਕਹਾਂਗੇ ਸ਼ਰਨ ਸਿੰਘ ਦੇ ਪਾਤਰ ਦਾ ਅਸੀਂ ਜੋ ਅਧਿਐਨ ਕੀਤਾ ਹੈ ਉਸ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਉਹ ਇੱਕ ਚਲਾਕ, ਪਖੰਡੀ, ਗੱਲਾਂ ਦਾ ਜਾਦੂਗਰ, ਝੂਠਾ, ਫਰੇਬੀ ਅਤੇ ਸਵਾਰਥੀ ਪਾਤਰ ਹੋਣ ਦੇ ਨਾਲ ਨਾਲ ਇਕਾਂਗੀ ਦਾ ਮੁੱਖ ਪਾਤਰ ਵੀ ਹੈ। ਤੁਹਾਨੂੰ ਇਹ ਗੱਲਾਂ ਸਾਰੀਆਂ ਸਮਝ ਆਈਆਂ ਹੋਣੀਆਂ ਕਿ ਪਾਤਰ ਚਿਤਰਨ ਕਰਨਾ ਕੋਈ ਬਹੁਤਾ ਮੁਸ਼ਕਲ ਕੰਮ ਨਹੀਂ, ਇਹ ਬਹੁਤ ਸੌਖਾ ਕੰਮ ਹੈ, ਬਸ ਅਧਿਐਨ ਕਰਨਾ ਜ਼ਰੂਰੀ ਆ। ਤੁਹਾਨੂੰ ਉਹ ਇਕਾਂਗੀ, ਉਹ ਕਹਾਣੀ, ਉਹ ਨਾਵਲ ਪੜ੍ਹਨਾ ਪਊਗਾ ਜਿਸ ਦੇ ਵਿੱਚੋਂ ਤੁਸੀਂ ਇਹਦਾ ਪਾਤਰ ਚਿਤਰਨ ਜਿਹੜਾ ਕਿਸੇ ਵੀ ਵਿਅਕਤੀ ਦਾ ਕਰਨਾ ਚਾਹੁੰਦੇ ਹੋ। ਹੁਣ ਇਸੇ ਨਾਲ ਸੰਬੰਧਿਤ ਇਕਾਂਗੀ ਦੇ ਹੋਰ ਜਿਹੜੇ ਪਾਤਰ ਨੇ ਤੁਹਾਡੀ ਇਸ 'ਚੋਂ, ਉਹ ਜਿਹੜੇ ਤੁਸੀਂ ਹੁਣ ਕਰਨੇ ਨੇ, ਇੱਕ ਤੁਹਾਨੂੰ ਮੈਂ ਦੱਸਿਆ ਤੁਸੀਂ ਇਸ ਤੋਂ ਲਿਖ ਲੈਣਾਗਾ, ਤੇ ਬਾਕੀ ਤੁਸੀਂ ਜਿਹੜੇ ਹੈਗੇ ਨੇ ਪਾਤਰ ਚਿਤਰਨ ਨੇ ਜਿਹੜੇ ਉਹ ਇਸੇ ਤਰ੍ਹਾਂ ਜਿਵੇਂ ਮੈਂ ਕੀਤੇ ਆ ਤੁਹਾਨੂੰ ਸਿਖਾਏ ਗਏ ਨੇਗੇ। ਤੁਸੀਂ ਮੈਨੂੰ ਬਹੁਤ ਉਮੀਦ ਆ ਕਿ ਤੁਸੀਂ ਸਿੱਖ ਗਏ ਹੋਵੋਗੇ, ਆਪਣੇ ਆਪ ਕਰਨੇ ਨੇ। ਕਿਹੜੇ ਕਿਹੜੇ ਨੇ ਉਹ? ਕਿਸ਼ਨਦੇਈ, ਚੋਪੜਾ ਸਾਹਿਬ, ਸੁਦਰਸ਼ਨ। ਸੋ ਇਹਨਾਂ ਨੂੰ ਤੁਸੀਂ ਕਰਨਾਗਾ ਤੇ ਆਪਣੀਆਂ ਪੱਕੀਆਂ ਕਾਪੀਆਂ ਦੇ ਉੱਪਰ ਲਿਖਣਾ। ਇਹ ਤੁਹਾਡੇ ਲਈ ਅਭਿਆਸ ਹੈ। ਇਸ ਤੋਂ ਬਾਅਦ ਆਪਾਂ ਨਾਵਲ ਦੇ ਪਾਤਰਾਂ ਬਾਰੇ ਵੀ ਹੌਲੀ ਹੌਲੀ ਗੱਲ ਕਰਾਂਗੇ। ਇਸੇ ਤਰ੍ਹਾਂ ਉਹ ਵੀ ਬਣਾਉਣੇ ਇੱਕ ਵਾਰ ਜਦੋਂ ਤੁਹਾਨੂੰ ਆ ਗਏ ਇਹ ਤਾਂ ਉਹ ਵੀ ਸਿੱਖ ਜਾਓਗੇ।